सत श्री अकाल जी सारिਆਂ ਨੂੰ। मेरा नाम नवजोत कौर है ਅਤੇ मैं ECE ਦੀ ਲੈਕਚਰਰ ਹਾਂ। मैं ਤੁਹਾਨੂੰ ECE 5th ਸਮੈਸਟਰ ਦਾ ਸਬਜੈਕਟ ਆਪਟੀਕਲ ਫਾਈਬਰ ਕਮਿਊਨੀਕੇਸ਼ਨ ਪੜ੍ਹਾਵਾਂਗੀ। ਆਪਟੀਕਲ ਫਾਈਬਰ ਕਮਿਊਨੀਕੇਸ਼ਨ ਸਬਜੈਕਟ ਦੇ ਵਿੱਚ ਆਪਾਂ ਇਹ ਸਾਰੇ ਚੈਪਟਰਸ ਕਵਰ ਕਰਾਂਗੇ। ਬੇਸਿਕ ਕਮਿਊਨੀਕੇਸ਼ਨ, ਆਪਟੀਕਲ ਫਾਈਬਰ ਕਮਿਊਨੀਕੇਸ਼ਨ, ਆਪਟੀਕਲ ਫਾਈਬਰ ਐਂਡ ਕੇਬਲਸ, losses in optical fiber communication, optical sources, optical detectors, components of fiber optics, optical amplifiers, optical fiber system। ਇਹ ਸਾਰੇ ਚੈਪਟਰ ਆਪਾਂ ਵਾਰੀ-ਵਾਰੀ ਡਿਟੇਲ ਦੇ ਵਿੱਚ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਪਹਿਲਾ ਚੈਪਟਰ ਦੇਖਾਂਗੇ ਬੇਸਿਕ ਕਮਿਊਨੀਕੇਸ਼ਨ। ਇੰਟਰੋਡਕਸ਼ਨ ਟੂ ਕਮਿਊਨੀਕੇਸ਼ਨ। ਕਮਿਊਨੀਕੇਸ਼ਨ ਦੀ ਕੀ ਪਰਿਭਾਸ਼ਾ ਹੈ? Communication means to share or exchange information, views, thoughts via different medium. It is the process of sending information from source to destination. ਤਾਂ communication ਇੱਕ ਇਹੋ ਜਿਹਾ ਤਰੀਕਾ ਹੈ ਜਿਸ ਰਾਹੀਂ ਅਸੀਂ ਆਪਣੇ ਸੂਚਨਾ ਨੂੰ, ਵਿਚਾਰਾਂ ਨੂੰ, ਸੰਦੇਸ਼ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਉੱਤੇ ਕਿਸੇ ਮਾਧਿਅਮ ਰਾਹੀਂ ਭੇਜ ਸਕਦੇ ਹਾਂ। A typical communication system comprises of following component। ਇੱਕ ਆਮ ਕਮਿਊਨੀਕੇਸ਼ਨ ਸਿਸਟਮ ਦੇ ਵਿੱਚ ਜਿਹੜੇ ਕੰਪੋਨੈਂਟਸ ਹੁੰਦੇ ਨੇ, ਸਭ ਤੋਂ ਪਹਿਲਾਂ ਸੋਰਸ ਇਨਪੁਟ, ਟਰਾਂਸਮਿਟਰ, ਚੈਨਲ, ਰਿਸੀਵਰ, ਡੈਸਟੀਨੇਸ਼ਨ। ਹੁਣ ਤੁਸੀਂ ਦੇਖੋਗੇ ਬੇਸਿਕ ਕਮਿਊਨੀਕੇਸ਼ਨ ਸਿਸਟਮ ਦੀ ਬਲੌਕ ਡਾਇਗਰਾਮ। ਜੋ ਪਿਛਲੀ ਸਲਾਈਡ ਵਿੱਚ ਆਪਾਂ ਦੇਖਿਆ ਬੇਸਿਕ ਕੰਪੋਨੈਂਟ ਉਹੀ ਸਾਰੇ ਨੇ ਇਸ ਬਲੌਕਸ ਵਿੱਚ ਲੱਗੇ ਹੋਏ ਨੇ। ਸਭ ਤੋਂ ਪਹਿਲਾ ਹੈ ਇਨਫੋਰਮੇਸ਼ਨ ਸੋਰਸ। ਇਨਫੋਰਮੇਸ਼ਨ ਸੋਰਸ ਦਾ ਕੰਮ ਹੈ ਇਨਫੋਰਮੇਸ਼ਨ ਨੂੰ ਜਨਰੇਟ ਕਰਨਾ। ਟਰਾਂਸਮਿਟਰ ਇਨਫੋਰਮੇਸ਼ਨ ਨੂੰ ਕਲੈਕਟ ਕਰਕੇ ਕਿੱਥੇ ਭੇਜੇਗਾ? ਚੈਨਲ ਦੇ ਵਿੱਚ। ਅਤੇ ਚੈਨਲ ਤੋਂ ਕਿੱਥੇ ਜਾਏਗੀ ਇਨਫੋਰਮੇਸ਼ਨ? ਰਿਸੀਵਰ 'ਤੇ। ਰਿਸੀਵਰ ਉਹਨੂੰ ਓਰੀਜਨਲ ਸਿਗਨਲ ਦੇ ਵਿੱਚ ਕਨਵਰਟ ਕਰਕੇ ਕਿੱਥੇ ਭੇਜੇਗਾ? ਡੈਸਟੀਨੇਸ਼ਨ ਦੇ ਉੱਪਰ। ਇਸ ਤਰ੍ਹਾਂ ਇਹ ਡਿਫਰੈਂਟ ਬਲੌਕਸ ਆਪਣਾ ਕੰਮ ਕਰਦੇ ਨੇ ਅਤੇ ਇਹ ਪੂਰੇ ਸਿਸਟਮ ਨੂੰ ਕੀ ਕਿਹਾ ਜਾਂਦਾ ਹੈ? ਬੇਸਿਕ ਕਮਿਊਨੀਕੇਸ਼ਨ ਸਿਸਟਮ। ਇਨਫੋਰਮੇਸ਼ਨ ਸੋਰਸ। ਇਨਫੋਰਮੇਸ਼ਨ ਸੋਰਸ ਤੁਹਾਨੂੰ ਦੱਸਿਆ ਹੈ ਕਿ ਇਹਦਾ ਕੰਮ ਹੈ ਇਨਫੋਰਮੇਸ਼ਨ ਨੂੰ ਜਨਰੇਟ ਕਰਨਾ। ਤਾਂ ਇਨਫੋਰਮੇਸ਼ਨ ਕਿਸੇ ਵੀ ਫਾਰਮ ਦੇ ਵਿੱਚ ਹੋ ਸਕਦੀ ਹੈ, ਵੀਡੀਓ ਦੀ ਫਾਰਮ ਦੇ ਵਿੱਚ ਜਾਂ ਡਾਟਾ ਦੀ ਫਾਰਮ ਦੇ ਵਿੱਚ। ਉਸ ਤੋਂ ਬਾਅਦ ਇਨਫੋਰਮੇਸ਼ਨ ਕਿੱਥੇ ਜਾਏਗੀ? ਟਰਾਂਸਮਿਟਰ 'ਤੇ। ਟਰਾਂਸਮਿਟਰ ਉਹਨੂੰ ਇਹੋ ਜਿਹੀ ਫਾਰਮ ਦੇ ਵਿੱਚ ਬਦਲ ਦੇਵੇਗਾ ਜੋ ਚੈਨਲ ਦੇ ਵਿੱਚੋਂ ਪਾਸ ਹੋ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਪਹੁੰਚੇਗੀ। ਉਸ ਤੋਂ ਬਾਅਦ ਕੀ ਹੈਗਾ? ਚੈਨਲ ਆਪਣਾ ਇੱਕ ਮਾਧਿਅਮ ਹੈ। ਚੈਨਲ ਦੇ ਰਾਹੀਂ ਇਨਫੋਰਮੇਸ਼ਨ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਜਾਣੀ ਹੈ। ਤਾਂ ਐਂਡ ਪੁਆਇੰਟ ਆਪਣੇ ਕੋਲ ਕੀ ਹੋਏਗਾ? ਰਿਸੀਵਰ, ਜਿੱਥੇ ਇਨਫੋਰਮੇਸ਼ਨ ਪਹੁੰਚਣੀ ਹੈ। ਅਤੇ ਰਿਸੀਵਰ ਕੀ ਕਰੇਗਾ? ਇਨਫੋਰਮੇਸ਼ਨ ਨੂੰ ਰਿਸੀਵ ਕਰੇਗਾ ਅਤੇ ਵਾਪਸ ਉਸਦੀ ਓਰੀਜਨਲ ਫਾਰਮ ਦੇ ਵਿੱਚ ਲੈ ਕੇ ਆਵੇਗਾ। ਅਤੇ ਡੈਸਟੀਨੇਸ਼ਨ, ਜਿੱਥੇ ਆਪਾਂ ਨੂੰ ਆਊਟਪੁੱਟ ਮਿਲ ਜਾਏਗੀ। ਤਾਂ ਇਹ ਸੀ ਆਪਣੇ ਕੋਲੇ ਬੇਸਿਕ ਕਮਿਊਨੀਕੇਸ਼ਨ ਸਿਸਟਮ। ਹੁਣ ਆਪਟੀਕਲ ਫਾਈਬਰ ਕਮਿਊਨੀਕੇਸ਼ਨ ਕਿਵੇਂ ਹੁੰਦੀ ਹੈ, ਕਿਹਦੇ ਰਾਹੀਂ ਹੁੰਦੀ ਹੈ? ਤਾਂ ਇਹ ਹੁੰਦੀ ਹੈ ਆਪਟੀਕਲ ਫਾਈਬਰ ਕੇਬਲਸ ਦੇ ਰਾਹੀਂ। ਪਹਿਲਾਂ ਆਪਾਂ ਦੇਖਾਂਗੇ ਕਿ ਆਪਟੀਕਲ ਫਾਈਬਰ ਕੀ ਹੁੰਦੀ ਹੈ। An optical fiber is a thin, flexible, transparent fiber made by glass, silica or plastic to a diameter slightly thicker than that of a human hair। optical fiber ਇੱਕ ਬਹੁਤ ਹੀ ਬਰੀਕ, ਆਸਾਨੀ ਨਾਲ ਮੁੜਨ ਵਾਲੇ ਪਾਰਦਰਸ਼ੀ ਫਾਈਬਰ ਦੀ ਬਣੀ ਹੁੰਦੀ ਹੈ ਜੋ ਗਲਾਸ, ਸਿਲਿਕਾ ਜਾਂ ਪਲਾਸਟਿਕ ਦੇ ਮਟੀਰੀਅਲ ਦੀ ਬਣੀ ਹੋਵੇਗੀ ਅਤੇ ਜਿਸ ਦਾ ਡਾਇਆਮੀਟਰ ਕੀ ਹੋਏਗਾ? ਬਹੁਤ ਹੀ ਪਤਲਾ ਹੋਏਗਾ, ਛੋਟਾ ਹੋਏਗਾ। ਇਹ ਲਗਭਗ ਆਪਣੇ ਵਾਲਾਂ ਜਿੰਨੀ ਬਰੀਕ ਹੁੰਦੀ ਹੈ। Optical fibers are used most often as a means to transmit light between the two ends of the fiber। ਤਾਂ ਆਪਟੀਕਲ ਫਾਈਬਰ ਦਾ ਜ਼ਿਆਦਾਤਰ ਵਰਤੋਂ ਕੀਤੀ ਜਾਂਦੀ ਹੈ ਲਾਈਟ ਸਿਗਨਲ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਭੇਜਣ ਲਈ। ਹੁਣ ਆਪਾਂ ਦੇਖਾਂਗੇ ਕਿ ਆਪਟੀਕਲ ਫਾਈਬਰ ਕਿਸ ਤਰ੍ਹਾਂ ਦੀ ਦਿਖਦੀ ਹੈ ਅਤੇ ਇਹਦੇ ਵਿੱਚ ਕਿਸ ਤਰ੍ਹਾਂ ਦੀ ਇਹ ਬਣੀ ਹੁੰਦੀ ਹੈ। ਹੁਣ ਦੇਖੋ ਤੁਸੀਂ ਆਪਟੀਕਲ ਫਾਈਬਰ ਦੇ ਵਿੱਚ ਕਿਹੜੀ ਕਿਹੜੀ ਲੇਅਰਸ ਦਿਖ ਰਹੀਆਂ ਨੇ। ਸਭ ਤੋਂ ਪਹਿਲਾਂ ਕੋਰ, ਦੈਨ ਕਲੈਡਿੰਗ, ਫਿਰ ਬਫਰ ਐਂਡ ਜੈਕਟ। ਕੋਰ ਜੋ ਸਭ ਤੋਂ ਸੈਂਟਰ ਵਾਲਾ ਪਾਰਟ ਹੈ ਉਹਨੂੰ ਕੀ ਕਹਿੰਦੇ ਨੇ? ਕੋਰ। ਸੈਂਟਰ ਵਾਲੇ ਹਿੱਸੇ ਨੂੰ ਕੋਰ ਕਿਹਾ ਜਾਂਦਾ ਹੈ। ਕੋਰ ਦਾ ਰਿਫਰੈਕਟਿਵ ਇੰਡੈਕਸ ਹਮੇਸ਼ਾ ਜ਼ਿਆਦਾ ਹੁੰਦਾ ਹੈ ਕਲੈਡਿੰਗ ਦੇ ਨਾਲੋਂ, ਜਾਂ ਕਹੋ ਕਿ
ਕੋਰ ਹਮੇਸ਼ਾ ਹੀ ਇਹੋ ਜਿਹੇ ਮਟੀਰੀਅਲ ਦੀ ਬਣਾਈ ਜਾਂਦੀ ਹੈ ਜਿਸ ਦਾ ਰਿਫਰੈਕਟਿਵ ਇੰਡੈਕਸ ਕਲੈਡਿੰਗ ਨਾਲੋਂ ਜ਼ਿਆਦਾ ਹੋਵੇ। ਜਿੰਨੀ ਵੀ ਲਾਈਟ ਟਰਾਂਸਮਿਟ ਕਰਦੀ ਹੈ ਉਹ ਕੋਰ ਦੇ ਵਿੱਚੋਂ ਹੀ ਟਰੈਵਲ ਕਰਦੀ ਹੈ। ਕਲੈਡਿੰਗ ਦਾ ਕੰਮ ਹੈ ਜਿਹੜੀ ਲਾਈਟ ਕੋਰ ਦੇ ਵਿੱਚ ਟਰਾਂਸਮਿਟ ਹੋ ਰਹੀ ਹੈ ਉਹ ਕੋਰ ਦੇ ਵਿੱਚ ਹੀ ਰਵੇ। ਕਲੈਡਿੰਗ ਵਾਪਸ ਲਾਈਟ ਨੂੰ ਰਿਫਲੈਕਟ ਕਰਕੇ ਕੋਰ ਵਿੱਚ ਹੀ ਭੇਜ ਦਿੰਦੀ ਹੈ ਅਤੇ ਲਾਈਟ ਬਾਹਰ ਨਹੀਂ ਜਾਂਦੀ। ਬਫਰ ਕੋਰ ਅਤੇ ਕਲੈਡਿੰਗ ਨੂੰ ਪ੍ਰੋਟੈਕਟ ਕਰਦਾ ਹੈ ਕਿਸੇ ਵੀ ਤਰ੍ਹਾਂ ਦੇ ਡੈਮੇਜ ਤੋਂ, ਤਾਂ ਕਿ ਕਿਸੇ ਵੀ ਤਰ੍ਹਾਂ ਦਾ ਡੈਮੇਜ ਹੋ ਕੇ ਖਰਾਬ ਨਾ ਹੋਵੇ। ਜੈਕਟ, ਤੁਸੀਂ ਪਹਿਲੀ ਡਾਇਗਰਾਮ ਵਿੱਚ ਦੇਖੋਗੇ ਤਾਂ ਜੋ ਬਲੈਕ ਕਲਰ ਦੀ ਲੇਅਰ ਹੈ ਵਾਇਰਸ ਉੱਪਰ ਉਹ ਕੀ ਹੈ? ਜੈਕਟ। ਇਹ ਸਾਰੀ ਵਾਇਰਸ ਨੂੰ ਕੀ ਕਰ ਰਹੀ ਹੈ? ਪ੍ਰੋਟੈਕਟ ਕਰ ਰਹੀ ਹੈ। ਤੁਸੀਂ ਬਹੁਤ ਸਾਰੀ ਵਾਇਰਸ ਦੇਖ ਰਹੇ ਹੋਵੋਗੇ ਪਹਿਲੀ ਡਾਇਗਰਾਮ ਵਿੱਚ, ਇਹਨਾਂ ਨੂੰ ਇਕੱਠਾ ਕੀਤਾ ਹੋਇਆ ਹੈ। ਇਹਨਾਂ ਦੇ ਅੱਗੇ ਜੋ ਟਰਾਂਸਪੈਰੈਂਟ ਤੁਹਾਨੂੰ ਮਟੀਰੀਅਲ ਦਿਖੇਗਾ ਇਹ ਕੀ ਹੈ? ਆਪਟੀਕਲ ਫਾਈਬਰਸ, ਜੋ ਕੋਰ, ਕਲੈਡਿੰਗ ਅਤੇ ਜੈਕਟ ਦੀ ਬਣੀ ਹੋਈ ਹੈ। An optical waveguide is a structure that guides a light wave to travel along a certain desired path। ਤਾਂ optical waveguides ਵਿੱਚ ਆਪਾਂ ਕੀ ਪੜ੍ਹਦੇ ਹਾਂ ਕਿ optical fiber ਇੱਕ waveguide ਦਾ ਕੰਮ ਕਰਦੀ ਹੈ ਜੋ ਲਾਈਟ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਟਰੈਵਲ ਕਰਨ ਲਈ ਗਾਈਡ ਕਰਦੀ ਹੈ, ਮਦਦ ਕਰਦੀ ਹੈ। ਇਹਦੇ ਵਿੱਚ ਆਪਾਂ ਦੇਖਿਆ 3 ਐਲੀਮੈਂਟਸ ਨੇ, ਕੋਰ, ਕਲੈਡਿੰਗ ਅਤੇ ਆਊਟਰ ਲੇਅਰ। ਕੋਰ ਜਿਹਦੇ ਵਿੱਚੋਂ ਇਨਫੋਰਮੇਸ਼ਨ ਟਰਾਂਸਮਿਟ ਕਰਦੀ ਹੈ ਅਤੇ ਕਲੈਡਿੰਗ ਜਿਹੜੀ ਇਨਫੋਰਮੇਸ਼ਨ ਕੋਰ ਵਿੱਚੋਂ ਟਰਾਂਸਮਿਟ ਹੋ ਰਹੀ ਹੈ ਉਸਨੂੰ ਕੋਰ ਵਿੱਚ ਹੀ ਰੱਖਣ ਲਈ ਮਦਦ ਕਰਦੀ ਹੈ ਤਾਂ ਕਿ ਉਹ ਕਿਸੇ ਹੋਰ ਪਾਸੇ ਨਾ ਜਾਵੇ, ਹੋਰ ਪਾਸੇ ਰਿਫਲੈਕਟ ਨਾ ਹੋਵੇ। ਅਤੇ ਬਫਰ ਇਹਨਾਂ ਦੋਵਾਂ ਨੂੰ, ਕੋਰ ਅਤੇ ਕਲੈਡਿੰਗ ਨੂੰ ਪ੍ਰੋਟੈਕਟ ਕਰਨ ਲਈ ਯੂਜ਼ ਕੀਤੀ ਜਾਂਦੀ ਹੈ। ਹੁਣ ਆਪਾਂ ਇਹ ਤਾਂ ਦੇਖ ਲਿਆ ਕਿ ਆਪਟੀਕਲ ਕੇਬਲਸ ਕੀ ਹੁੰਦੀਆਂ ਨੇ। ਆਪਟੀਕਲ ਫਾਈਬਰ ਕਮਿਊਨੀਕੇਸ਼ਨ ਵਿੱਚ ਜੋ ਕੇਬਲਸ ਯੂਜ਼ ਕੀਤੀਆਂ ਜਾਂਦੀਆਂ ਨੇ ਉਹ ਕਿਸ ਤਰ੍ਹਾਂ ਦੀਆਂ ਬਣੀਆਂ ਹੁੰਦੀਆਂ ਨੇ, ਪਰ ਇਹਨਾਂ ਵਿੱਚ ਜਿਹੜੀ ਇਨਫੋਰਮੇਸ਼ਨ ਜਾਂਦੀ ਹੈ ਕੇਬਲਸ ਵਿੱਚ ਉਹ ਕਿਸ ਤਰ੍ਹਾਂ ਦੀ ਹੁੰਦੀ ਹੈ, ਉਹ ਕਿਹੜੀ ਫਾਰਮ ਵਿੱਚ ਹੁੰਦੀ ਹੈ, ਉਹਦੇ ਬਾਰੇ ਦੇਖਾਂਗੇ। ਤਾਂ ਆਪਟੀਕਲ ਫਾਈਬਰ ਕਮਿਊਨੀਕੇਸ਼ਨ ਵਿੱਚ ਜਿਹੜੀਆਂ ਕੇਬਲਸ ਯੂਜ਼ ਕੀਤੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਇਨਫੋਰਮੇਸ਼ਨ ਲਾਈਟ ਵੇਵਸ ਦੇ ਵਿੱਚ ਟਰਾਂਸਮਿਟ ਹੁੰਦੀ ਹੈ। ਸਭ ਤੋਂ ਪਹਿਲਾਂ ਆਪਾਂ ਪੜਾਂਗੇ ਲਾਈਟ ਦੇ ਬਾਰੇ। ਆਪਾਂ ਨੂੰ ਬੇਸਿਕ ਪਤਾ ਹੋਣਾ ਚਾਹੀਦਾ ਹੈ ਕਿ ਲਾਈਟ ਕੀ ਹੈ। ਤਾਂ ਆਪਾਂ ਛੋਟੀਆਂ ਕਲਾਸਾਂ ਦੇ ਵਿੱਚ ਪੜ੍ਹਦੇ ਹਾਂ ਕਿ ਲਾਈਟ ਇੱਕ ਫਾਰਮ ਆਫ ਐਨਰਜੀ ਹੈ ਜੋ ਕਾਹਦੀ ਬਣੀ ਹੁੰਦੀ ਹੈ? ਇਲੈਕਟ੍ਰੋਮੈਗਨੈਟਿਕ ਵੇਵਸ ਦੀ। ਹੁਣ ਇਲੈਕਟ੍ਰੋਮੈਗਨੈਟਿਕ 2 ਵਰਡਸ ਤੋਂ ਮਿਲ ਕੇ ਬਣਿਆ ਹੈ, ਇਲੈਕਟ੍ਰਿਕ ਫੀਲਡ ਅਤੇ ਮੈਗਨੈਟਿਕ ਫੀਲਡ। ਪਹਿਲਾਂ ਇਹੀ ਸਮਝਿਆ ਗਿਆ ਕਿ ਲਾਈਟ ਦਾ ਵੇਵ ਨੇਚਰ ਆ, ਪਰ ਐਲਬਰਟ ਆਇਨਸਟਾਈਨ ਨੇ ਕਿਹਾ ਕਿ ਇਸ ਦਾ ਪਾਰਟੀਕਲ ਨੇਚਰ ਵੀ ਹੈ, ਮਤਲਬ ਵੇਵ ਨੇਚਰ ਵੀ ਆ ਅਤੇ ਇਹਦੇ ਵਿੱਚ ਛੋਟੇ ਛੋਟੇ ਪਾਰਟੀਕਲਸ ਵੀ ਐਗਜ਼ਿਸਟ ਕਰਦੇ ਨੇ। ਇੱਥੋਂ ਹੀ ਆਪਣੀ ਥਿਊਰੀ ਬਣੀ ਡੂਅਲ ਨੇਚਰ ਆਫ ਲਾਈਟ ਔਰ ਮਾਡਰਨ ਕੁਆਂਟਮ ਥਿਊਰੀ ਆਫ ਲਾਈਟ, ਜਿਸ ਵਿੱਚ ਇਹ ਦੱਸਿਆ ਗਿਆ ਕਿ ਲਾਈਟ ਦਾ ਡੂਅਲ ਨੇਚਰ ਹੈ, ਇਹਦਾ ਵੇਵ ਨੇਚਰ ਵੀ ਹੈ ਅਤੇ ਪਾਰਟੀਕਲ ਨੇਚਰ ਵੀ ਹੈ। ਲਾਈਟ ਬਿਹੇਵਸ ਐਜ਼ ਵੇਵ ਇਨ ਸਮ ਐਕਸਪੈਰੀਮੈਂਟਸ। ਲਾਈਟ ਕੁਛ ਐਕਸਪੈਰੀਮੈਂਟ ਵਿੱਚ ਵੇਵ ਦੀ ਤਰ੍ਹਾਂ ਬਿਹੇਵ ਕਰਦੀ ਹੈ, ਵੇਵ ਨੇਚਰ ਵਾਂਗੂ ਬਿਹੇਵ ਕਰੇਗੀ, ਅਤੇ ਕੁਛ ਐਕਸਪੈਰੀਮੈਂਟ ਵਿੱਚ ਪਾਰਟੀਕਲ ਨੇਚਰ ਦੀ ਤਰ੍ਹਾਂ ਬਿਹੇਵ ਕਰੇਗੀ। ਪਾਰਟੀਕਲ ਨੇਚਰ ਆਫ ਲਾਈਟ ਐਕਸਪਲੇਨਸ ਹਾਊ ਲਾਈਟ ਟਰੈਵਲਸ ਇਨ ਅ ਸਟ੍ਰੇਟ ਲਾਈਨ। ਪਾਰਟੀਕਲ ਨੇਚਰ ਆਪਾਂ ਨੂੰ ਕੀ ਐਕਸਪਲੇਨ ਕਰੇਗਾ ਕਿ ਲਾਈਟ ਇੱਕ ਸਿੱਧੀ ਲਾਈਨ ਦੇ ਵਿੱਚ ਟਰੈਵਲ ਕਰਦੀ ਹੈ, ਅਤੇ ਵੇਵ ਨੇਚਰ ਕੀ ਕਰੇਗਾ ਕਿ ਇਹ ਕੀ ਹੁੰਦੀ ਰਹਿੰਦੀ ਆ? ਬੈਂਡ ਹੁੰਦੀ ਰਹਿੰਦੀ ਆ। ਅਤੇ ਇਸ ਫਿਨੋਮੀਨਾ ਨੂੰ ਕੀ ਕਹਿੰਦੇ ਨੇ? ਰਿਫਲੈਕਸ਼ਨ ਅਤੇ ਰੀਫਰੈਕਸ਼ਨ। ਤੁਹਾਨੂੰ ਅੱਗੇ ਆਉਣ ਵਾਲੇ ਚੈਪਟਰਸ ਵਿੱਚ ਰਿਫਲੈਕਸ਼ਨ ਅਤੇ ਰਿਫਰੈਕਸ਼ਨ ਬਾਰੇ ਵੀ ਪੜ੍ਹਾਇਆ ਜਾਏਗਾ। ਪਿਛਲੀ ਸਲਾਈਡ ਦੇ ਵਿੱਚ ਆਪਾਂ ਡਿਟੇਲ ਵਿੱਚ ਦੇਖ ਲਿਆ ਕਿ ਲਾਈਟ ਕੀ ਹੁੰਦੀ ਹੈ ਅਤੇ ਇਹੀ ਇਨਫੋਰਮੇਸ਼ਨ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਲੈ ਕੇ ਜਾਂਦੀ ਹੈ। ਹੁਣ ਆਪਾਂ ਦੇਖਾਂਗੇ ਕਿ ਆਪਟੀਕਲ ਫਾਈਬਰ ਕਮਿਊਨੀਕੇਸ਼ਨ ਸਿਸਟਮ ਵਿੱਚ ਇਨਫੋਰਮੇਸ਼ਨ ਕਿਵੇਂ ਇਨਫੋਰਮੇਸ਼ਨ ਸੋਰਸ ਤੋਂ ਡੈਸਟੀਨੇਸ਼ਨ ਤੱਕ ਪਹੁੰਚਦੀ ਹੈ। ਤਾਂ ਇਹਦਾ ਸਭ ਤੋਂ ਪਹਿਲਾ ਬਲੌਕ ਹੈ ਇਨਫੋਰਮੇਸ਼ਨ ਸੋਰਸ ਦਾ। ਹੁਣ ਇਨਫੋਰਮੇਸ਼ਨ ਸੋਰਸ ਨੇ ਕੀ ਕਰਨਾ? ਇਨਫੋਰਮੇਸ਼ਨ ਨੂੰ ਜਨਰੇਟ ਕਰਨਾ। ਕਿਹੜੀ ਫਾਰਮ ਦੇ ਵਿੱਚ? ਵੋਇਸ ਦੀ ਫਾਰਮ ਦੇ ਵਿੱਚ, ਵੀਡੀਓ ਦੀ ਫਾਰਮ ਦੇ ਵਿੱਚ, ਜਾਂ ਡਾਟਾ ਦੀ ਫਾਰਮ ਦੇ ਵਿੱਚ। ਇਨਫੋਰਮੇਸ਼ਨ ਸੋਰਸ ਜੋ ਵੀ ਇਨਫੋਰਮੇਸ਼ਨ ਜਨਰੇਟ ਕਰੇਗਾ ਉਹ ਕਿੱਥੇ ਜਾਏਗੀ? ਇਲੈਕਟ੍ਰੀਕਲ ਟਰਾਂਸਮੀਟਰ ਦੇ ਉੱਪਰ, ਜੋ ਕੀ ਕਰੇਗਾ? ਇਨਫੋਰਮੇਸ਼ਨ ਨੂੰ ਇਲੈਕਟ੍ਰੀਕਲ ਸਿਗਨਲ ਦੇ ਵਿੱਚ ਕਨਵਰਟ ਕਰ ਦੇਗਾ। ਉਹਦੇ ਲਈ ਇਹਦੇ ਅੰਦਰ ਕੀ ਲੱਗਿਆ ਹੋਏਗਾ? ਇੱਕ ਟਰਾਂਸਡਿਊਸਰ। ਤਾਂ ਟਰਾਂਸਡਿਊਸਰ ਦਾ ਕੀ ਕੰਮ ਹੈ? ਇੱਕ ਤਰ੍ਹਾਂ ਦੀ ਫਾਰਮ ਨੂੰ ਦੂਸਰੀ ਫਾਰਮ ਦੇ ਵਿੱਚ
ਕਨਵਰਟ ਕਰ ਦੇਣਾ। ਜਿਸ ਤਰ੍ਹਾਂ ਉਹ ਵੋਇਸ ਨੂੰ ਕਿਸੇ ਦੂਸਰੀ ਫਾਰਮ ਦੇ ਵਿੱਚ ਕਨਵਰਟ ਕਰ ਦੇਗਾ, ਇਲੈਕਟ੍ਰੀਕਲ ਸਿਗਨਲ ਵਿੱਚ ਕਨਵਰਟ ਕਰ ਦੇਗਾ। ਆਪਾਂ ਐਗਜ਼ਾਮਪਲ ਲੈਂਦੇ ਹਾਂ ਇਹਦੇ ਲਈ। ਮੰਨ ਲਓ ਕਿ ਆਪਣੇ ਕੋਲ ਜਿਹੜਾ ਇਨਫੋਰਮੇਸ਼ਨ ਹੈ ਉਹ ਵੋਇਸ ਸਿਗਨਲ ਹੈ, ਤਾਂ ਟਰਾਂਸਡਿਊਸਰ ਲਈ ਆਪਾਂ ਮਾਈਕ੍ਰੋਫੋਨ ਦਾ ਯੂਜ਼ ਕਰਾਂਗੇ। ਮਾਈਕ੍ਰੋਫੋਨ ਆਪਣੀ ਆਵਾਜ਼ ਨੂੰ ਇਲੈਕਟ੍ਰੀਕਲ ਸਿਗਨਲ ਦੇ ਵਿੱਚ ਬਦਲ ਦੇਵੇਗਾ। ਜੇ ਆਪਣੇ ਕੋਲ ਇਨਫੋਰਮੇਸ਼ਨ ਸੋਰਸ ਵਿੱਚ ਵੀਡੀਓ ਸਿਗਨਲ ਹੈ ਤਾਂ ਟਰਾਂਸਡਿਊਸਰ ਲਈ ਕੈਮਰਾ ਦਾ ਯੂਜ਼ ਕਰਾਂਗੇ, ਜੋ ਵੀਡੀਓ ਨੂੰ ਇਲੈਕਟ੍ਰੀਕਲ ਸਿਗਨਲ ਦੇ ਵਿੱਚ ਬਦਲ ਦੇਵੇਗਾ। ਜੇ ਡਿਜੀਟਲ ਇਨਫੋਰਮੇਸ਼ਨ ਹੈ ਤਾਂ ਇਨਕੋਡਰ ਦਾ ਯੂਜ਼ ਕਰਾਂਗੇ, ਜੋ ਡਿਜੀਟਲ ਇਨਫੋਰਮੇਸ਼ਨ ਨੂੰ ਇਲੈਕਟ੍ਰੀਕਲ ਦੇ ਵਿੱਚ ਕਨਵਰਟ ਕਰ ਦੂਗਾ। ਤਾਂ ਇਹ ਆਪਣੇ ਕੋਲੇ ਇਲੈਕਟ੍ਰੀਕਲ ਸਿਗਨਲ ਕਿੱਥੇ ਜਾਏਗਾ? ਆਪਟੀਕਲ ਸੋਰਸ ਦੇ ਕੋਲ। ਆਪਟੀਕਲ ਸੋਰਸ ਕੀ ਕਰੇਗਾ? ਇਲੈਕਟ੍ਰੀਕਲ ਸਿਗਨਲ ਨੂੰ ਆਪਟੀਕਲ ਸਿਗਨਲ ਦੇ ਵਿੱਚ ਕਨਵਰਟ ਕਰ ਦੂਗਾ। ਆਪਟੀਕਲ ਸਿਗਨਲ ਮਤਲਬ ਲਾਈਟ ਸਿਗਨਲ। ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਕਿ ਆਪਟੀਕਲ ਫਾਈਬਰ ਕਮਿਊਨੀਕੇਸ਼ਨ ਕੀ ਹੈ। ਜਿਹੜੀ ਆਪਟੀਕਲ ਕੇਬਲਸ ਵਿੱਚੋਂ ਇਨਫੋਰਮੇਸ਼ਨ ਪਾਸ ਹੁੰਦੀ ਕਿਹੜੀ ਫਾਰਮ ਦੇ ਵਿੱਚ? ਲਾਈਟ ਦੀ ਫਾਰਮ ਦੇ ਵਿੱਚ। ਤਾਂ ਆਪਟੀਕਲ ਸੋਰਸ ਕੀ ਕਰੇਗਾ ਫਿਰ? ਇਲੈਕਟ੍ਰੀਕਲ ਸਿਗਨਲ ਨੂੰ ਲਾਈਟ ਸਿਗਨਲ ਦੇ ਵਿੱਚ ਕਨਵਰਟ ਕਰ ਦੇਗਾ, ਤੇ ਇਹ ਲਾਈਟ ਸਿਗਨਲ ਕਿੱਥੇ ਟਰੈਵਲ ਕਰੇਗਾ? ਆਪਟੀਕਲ ਫਾਈਬਰ ਕੇਬਲਸ ਦੇ ਵਿੱਚ। ਉੱਥੋਂ ਟਰੈਵਲ ਕਰਕੇ ਕਿੱਥੇ ਪਹੁੰਚੇਗਾ ਇਹ? ਆਪਟੀਕਲ ਡਿਟੈਕਟਰ 'ਤੇ। ਆਪਟੀਕਲ ਡਿਟੈਕਟਰ ਕੀ ਕਰੇਗਾ? ਲਾਈਟ ਸਿਗਨਲ ਨੂੰ ਦੁਬਾਰਾ ਕਾਹਦੇ 'ਚ ਕਨਵਰਟ ਕਰ ਦੂਗਾ? ਇਲੈਕਟ੍ਰੀਕਲ ਸਿਗਨਲ ਦੇ ਵਿੱਚ। ਉਸ ਤੋਂ ਬਾਅਦ ਇਹ ਸਿਗਨਲ ਕਿੱਥੇ ਪਹੁੰਚੇਗਾ? ਇਲੈਕਟ੍ਰੀਕਲ ਰਿਸੀਵਰ 'ਤੇ। ਇਲੈਕਟ੍ਰੀਕਲ ਰਿਸੀਵਰ ਕੀ ਕਰੇਗਾ? ਇਲੈਕਟ੍ਰੀਕਲ ਰਿਸੀਵਰ ਇਲੈਕਟ੍ਰੀਕਲ ਸਿਗਨਲ ਨੂੰ ਵਾਪਸ ਓਰੀਜਨਲ ਸਿਗਨਲ ਦੇ ਵਿੱਚ ਕਨਵਰਟ ਕਰ ਦੇਗਾ। ਇਸ ਦਾ ਮਤਲਬ ਕਿ ਜੇ ਆਪਣੇ ਕੋਲੇ ਇਨਪੁਟ ਸਿਗਨਲ ਵੋਇਸ ਸਿਗਨਲ ਸੀ ਤਾਂ ਉਹ ਵੋਇਸ ਦੇ ਵਿੱਚ ਕਨਵਰਟ ਕਰ ਦੇਗਾ। ਜੇ ਵੀਡੀਓ ਸਿਗਨਲ ਸੀ ਤਾਂ ਉਹ ਵੀਡੀਓ ਸਿਗਨਲ ਦੇ ਵਿੱਚ ਕਨਵਰਟ ਕਰ ਦੇਗਾ। ਜੇ ਡਾਟਾ ਸਿਗਨਲ ਸੀ ਤਾਂ ਉਹ ਡਾਟਾ ਦੇ ਵਿੱਚ ਕਨਵਰਟ ਕਰ ਦੇਗਾ। ਅਤੇ ਲਾਸਟ 'ਤੇ ਆਪਣੇ ਕੋਲੇ ਡੈਸਟੀਨੇਸ਼ਨ, ਅਤੇ ਆਪਣੀ ਡੈਸਟੀਨੇਸ਼ਨ 'ਤੇ ਆਪਣੇ ਕੋਲੇ ਆਊਟਪੁੱਟ ਆ ਜਾਏਗੀ। ਤਾਂ ਇਹ ਸੀ ਬੇਸਿਕ ਆਪਟੀਕਲ ਫਾਈਬਰ ਕਮਿਊਨੀਕੇਸ਼ਨ ਸਿਸਟਮ ਦਾ ਬਲੌਕ ਡਾਇਗਰਾਮ। ਤਾਂ ਇਹ ਤੁਹਾਨੂੰ ਸਾਰੇ ਮੈਂ ਸਟੈਪ ਬਾਏ ਸਟੈਪ ਪੜ੍ਹਾ ਚੁੱਕੀ ਹਾਂ ਕਿ ਕਿਹੜੇ ਬਲੌਕ ਕੀ ਕੰਮ ਕਰਦਾ ਹੈ। ਹੁਣ ਆਪਾਂ ਦੇਖਾਂਗੇ ਕਿ ਆਪਟੀਕਲ ਫਾਈਬਰ ਕਮਿਊਨੀਕੇਸ਼ਨ ਦੀਆਂ ਕੀ ਐਡਵਾਂਟੇਜਸ ਨੇ, ਕਿ ਆਪਟੀਕਲ ਫਾਈਬਰ ਨੂੰ ਕਿਉਂ ਪ੍ਰੈਫਰ ਕੀਤਾ ਜਾਂਦਾ ਹੈ ਕਾਪਰ ਕੇਬਲ ਦੀ ਜਗ੍ਹਾ 'ਤੇ ਜਾਂ ਆਰਡੀਨਰੀ ਕੇਬਲਸ ਦੀ ਜਗ੍ਹਾ 'ਤੇ। ਤਾਂ ਇਹਦਾ ਸਭ ਤੋਂ ਪਹਿਲਾ ਪੁਆਇੰਟ ਹੈ ਵਾਈਡਰ ਬੈਂਡਵਿਡਥ। ਵਾਈਡਰ ਬੈਂਡਵਿਡਥ ਦਾ ਮਤਲਬ ਹੈ ਕਿ ਇਸ ਦੀ ਇਨਫੋਰਮੇਸ਼ਨ ਨੂੰ ਭੇਜਣ ਦੀ ਕੈਪੈਸਿਟੀ ਜ਼ਿਆਦਾ ਹੈ। ਆਪਾਂ ਪੁਰਾਣੇ ਫੋਨ ਦੀ ਗੱਲ ਕਰੀਏ ਤਾਂ ਇੱਕ ਕੇਬਲ ਵਿੱਚ 900 ਪੇਅਰ ਹੁੰਦੇ ਸੀ, ਜੋ ਕਿ 10,000 ਕਾਲਸ ਨੂੰ ਮੈਨੇਜ ਕਰਦੇ ਸੀ। ਪਰ ਜੇ ਆਪਾਂ ਆਪਟੀਕਲ ਕੇਬਲਸ ਦੀ ਗੱਲ ਕਰਦੇ ਹਾਂ ਤਾਂ 1 mm ਦੀ ਆਪਟੀਕਲ ਕੇਬਲ 50,000 ਕਾਲਸ ਤੱਕ ਹੈਂਡਲ ਕਰ ਸਕਦੀ ਹੈ। ਇਸੇ ਕਰਕੇ ਹੀ ਇਹਦੀ ਇਨਫੋਰਮੇਸ਼ਨ ਕੈਪੈਸਿਟੀ ਜ਼ਿਆਦਾ ਹੈ। ਸੈਕਿੰਡ ਪੁਆਇੰਟ ਹੈ ਸਮਾਲ ਸਾਈਜ਼ ਐਂਡ ਵੇਟ। ਤਾਂ ਆਪਾਂ ਪਹਿਲਾਂ ਦੇਖਿਆ ਕਿ ਆਪਟੀਕਲ ਫਾਈਬਰ ਸਿਲਿਕਾ ਮਟੀਰੀਅਲ ਦੇ ਬਣੇ ਹੁੰਦੇ ਨੇ, ਸਿਲਿਕਾ ਜਾਂ ਪਲਾਸਟਿਕ, ਜੋ ਕਿ ਹੁੰਦਾ ਬਹੁਤ ਲਾਈਟ ਮਟੀਰੀਅਲ ਹੁੰਦੇ ਨੇ। ਸਮਾਲ ਸਾਈਜ਼ ਹੁੰਦਾ ਨੇ, ਬਹੁਤ ਸਮਾਲ ਡਾਇਆਮੀਟਰ ਹੁੰਦਾ ਹੈ, ਤਾਂ ਇਹਨਾਂ ਨੂੰ ਕਿਤੇ ਵੀ ਇੰਸਟਾਲ ਕਰਨਾ ਈਜ਼ੀ ਹੁੰਦਾ ਹੈ ਕਿਉਂਕਿ ਇਹਨਾਂ ਦਾ ਬਹੁਤ ਵੇਟ ਬਹੁਤ ਘੱਟ ਹੁੰਦਾ ਹੈ। ਇਲੈਕਟ੍ਰੀਕਲ ਆਈਸੋਲੇਸ਼ਨ, ਮੈਂ ਤੁਹਾਨੂੰ ਪਿੱਛੇ ਲਾਈਟ ਥਿਊਰੀ ਪੜ੍ਹਾਇਆ, ਜਿਹਦੇ ਵਿੱਚ ਆਪਾਂ ਦੇਖਿਆ ਕਿ ਲਾਈਟ ਦਾ ਡੂਅਲ ਨੇਚਰ ਹੈ। ਲਾਈਟ ਦਾ ਡੂਅਲ ਨੇਚਰ ਦਾ ਮਤਲਬ ਕੀ ਆ? ਲਾਈਟ ਦਾ ਵੇਵ ਨੇਚਰ ਵੀ ਹੈ ਅਤੇ ਪਾਰਟੀਕਲ ਨੇਚਰ ਵੀ ਹੈ। ਅਤੇ ਜਿਹੜੇ ਪਾਰਟੀਕਲਸ ਹੁੰਦੇ ਨੇ ਉਹ ਕਿਹਦੀ ਫਾਰਮ 'ਚ ਹੁੰਦੇ ਨੇ? ਫੋਟੋਨਸ ਦੀ ਫਾਰਮ ਦੇ ਵਿੱਚ ਹੁੰਦੇ ਨੇ। ਅਤੇ ਫੋਟੋਨਸ ਕੀ ਹੁੰਦੇ ਨੇ? ਇਲੈਕਟ੍ਰੀਕਲੀ ਨਿਊਟਰਲ ਹੁੰਦੇ ਨੇ। ਇਹਦਾ ਮਤਲਬ ਇਹ ਹੈ ਕਿ ਇਹਨਾਂ ਨੂੰ ਹਾਈ ਵੋਲਟੇਜ ਨਾਲ ਜਾਂ ਇਲੈਕਟ੍ਰੋਮੈਗਨੈਟਿਕ ਇੰਟਰਫੇਰੈਂਸ ਨਾਲ ਕੋਈ ਫਰਕ ਨਹੀਂ ਪੈਂਦਾ। ਨੈਕਸਟ ਪੁਆਇੰਟ ਹੈ ਇਮਿਊਨਿਟੀ ਟੂ ਇੰਟਰਫੇਰੈਂਸ ਐਂਡ ਕ੍ਰੋਸਟਾਕ। ਇਹਦਾ ਮਤਲਬ ਹੈ ਕਿ ਜੋ ਇਨਫੋਰਮੇਸ਼ਨ ਕੋਰ ਦੇ ਵਿੱਚੋਂ ਟਰੈਵਲ ਕਰ ਰਹੀ ਹੈ, ਕਲੈਡਿੰਗ ਉਸਨੂੰ ਬਾਹਰ ਆਉਣ ਨਹੀਂ ਦਿੰਦਾ, ਉਸ ਸਿਗਨਲ ਨੂੰ ਬਾਹਰ ਆਉਣ ਨਹੀਂ ਦਿੰਦਾ, ਤਾਂ ਕੋਈ ਵੀ ਇਨਫੋਰਮੇਸ਼ਨ ਲੀਕ ਆਊਟ ਨਹੀਂ ਹੁੰਦੀ। ਇਸੇ ਕਰਕੇ ਹੀ ਕ੍ਰੋਸਟਾਕ ਦਾ ਕੋਈ ਚਾਂਸ ਨਹੀਂ ਹੈ, ਕੋਈ ਜ਼ਿਆਦਾ ਇੰਟਰਫੇਰੈਂਸ ਨਹੀਂ ਹੁੰਦੀ, ਅਤੇ ਆਪਣਾ ਸਿਗਨਲ ਵੀ ਕੀ ਹੁੰਦਾ? ਜ਼ਿਆਦਾ ਸਿਕਿਉਰ ਹੁੰਦਾ ਹੈ। ਲੋ ਟਰਾਂਸਮਿਸ਼ਨ ਲਾਸਿਸ। ਆਪਟੀਕਲ ਫਾਈਬਰ ਕਮਿਊਨੀਕੇਸ਼ਨ ਦੇ ਵਿੱਚ ਬਹੁਤ ਹੀ ਘੱਟ ਟਰਾਂਸਮਿਸ਼ਨ ਲਾਸਿਸ ਹੁੰਦੇ ਨੇ। ਜਿਸ ਤਰ੍ਹਾਂ ਆਪਾਂ ਪਹਿਲਾਂ ਆਰਡੀਨਰੀ ਕੇਬਲਸ ਯੂਜ਼ ਕਰਦੇ ਸੀ ਜਾਂ ਕਾਪਰ ਕੇਬਲਸ ਯੂਜ਼ ਕਰਦੇ ਸੀ, ਤਾਂ ਉਹਦੇ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਐਂਪਲੀਫਾਇਰਸ ਜਾਂ ਰਿਪੀਟਰਸ ਦੀ ਜ਼ਰੂਰਤ ਪੈਂਦੀ ਸੀ। ਆਪਾਂ ਨੂੰ ਲਗਭਗ 2 ਕਿਲੋਮੀਟਰ ਬਾਅਦ ਹੀ ਇੱਕ ਰਿਪੀਟਰ ਲਗਾਉਣ ਦੀ ਜ਼ਰੂਰਤ ਪੈਂਦੀ ਸੀ। ਪਰ ਆਪਟੀਕਲ ਫਾਈਬਰ ਕਮਿਊਨੀਕੇਸ਼ਨ ਦੇ ਕੇਸ ਵਿੱਚ ਇਹੋ ਜਿਹਾ ਨਹੀਂ ਹੈ। ਆਪਟੀਕਲ ਫਾਈਬਰ ਕਾਫੀ ਐਫੀਸ਼ੀਐਂਟ ਨੇ
ठीक, लगभग 100 किलोमीटर तक आपां नूं एक रिपीटर की जरूरत ही पैंदी है। इसे करके ट्रांसमिशन लॉसिस बहुत घट ने। फ्लैक्सीबिलिटी, ये बहुत फ्लैक्सीबल ने, आसानी नाल मुड़ जांदियां हैं, इसे करके ही इन्हां नूं बिल्डिंग्स विच इंस्टॉल करना आसान है। हुण अपने कोले आ गया डिसएडवांटेजिस ऑफ ऑप्टिकल फाइबर कम्यूनीकेशन। पहला आपां इहदियां एडवांटेजिस पढ़ियां, हुण आपां इहदियां डिसएडवांटेजिस पढ़ांगे। सब तो पहला हाई मेनटेनेंस एंड रिपेयरिंग कॉस्ट। ਇਹਦਾ मतलब ਇਹ है कि ਇਹਨਾਂ ਨੂੰ ਮੇਨਟੇਨ ਕਰਕੇ ਰੱਖਣਾ, ਰਿਪੇਅਰ ਕਰਨਾ ਕੋਈ ਆਸਾਨ ਕੰਮ ਨਹੀਂ। ਇਹਨਾਂ ਨੂੰ ਰਿਪੇਅਰ ਕਰਨ ਲਈ ਪ੍ਰੋਫੈਸ਼ਨਲ ਚਾਹੀਦੇ ਨੇ, ਕਿਉਂਕਿ ਇਹ ਬਹੁਤ, ਇੱਕ ਤਾਂ ਸਾਈਜ਼ ਇਹਨਾਂ ਦਾ ਬਹੁਤ ਛੋਟਾ ਹੁੰਦਾ ਹੈ, ਬਹੁਤ ਬਰੀਕ ਹੁੰਦੀਆਂ ਨੇ, ਇਸੇ ਕਰਕੇ ਹੀ ਇਹਨਾਂ ਨੂੰ ਰਿਪੇਅਰ ਕਰਨ ਲਈ ਸਪੈਸ਼ਲ ਟੀਮ ਹੁੰਦੀ ਹੈ। ਡਿਫਿਕਲਟ ਟੂ ਸਪਲਾਈਜ਼, ਸਪਲਾਈਜ਼ ਦਾ ਮਤਲਬ ਹੁੰਦਾ ਹੈ ਕਿ ਦੋ ਫਾਈਬਰਸ ਨੂੰ ਜੋੜਨਾ। ਇਹਨਾਂ ਨੂੰ ਸਪਲਾਈਜ਼ ਕਰਨ ਦਾ ਕੰਮ ਵੀ ਆਸਾਨ ਨਹੀਂ ਹੈ, ਇਹਨਾਂ ਨੂੰ ਸਪਲਾਈਜ਼ ਕਰਨ ਲਈ ਵੀ ਸਪੈਸ਼ਲ ਸਕਿੱਲਸ ਚਾਹੀਦੇ ਨੇ। ਫਾਈਬਰ ਲੌਸਿਸ, ਇਹਦੇ ਵਿੱਚ ਥੋੜ੍ਹੇ ਬਹੁਤ ਬੈਂਡਿੰਗ ਲੌਸਿਸ ਜਾਂ ਫਿਰ ਸਕੈਟਰਿੰਗ ਲੌਸਿਸ, ਇਹ ਸਾਰੇ ਲੌਸਿਸ ਹੁੰਦੇ ਰਹਿੰਦੇ ਨੇ, ਜੋ ਤੁਹਾਨੂੰ ਅੱਗੇ ਡਿਟੇਲ ਦੇ ਵਿੱਚ ਨੈਕਸਟ ਚੈਪਟਰਸ ਦੇ ਵਿੱਚ ਪੜ੍ਹਾਏ ਜਾਣਗੇ। ਤਾਂ ਇਹ ਸਾਰਾ ਕੁਝ ਸੀ ਆਪਣੇ ਪਹਿਲੇ ਚੈਪਟਰ ਦੇ ਵਿੱਚ, ਜਿਹਦੇ ਵਿੱਚ ਤੁਸੀਂ ਪੜ੍ਹਿਆ ਕਿ ਆਪਟੀਕਲ ਫਾਈਬਰ ਕਮਿਊਨੀਕੇਸ਼ਨ ਸਿਸਟਮ ਕੀ ਹੁੰਦਾ ਹੈ, ਕਮਿਊਨੀਕੇਸ਼ਨ ਦੀ ਡੈਫੀਨੇਸ਼ਨ ਕੀ ਹੁੰਦੀ ਹੈ, ਬੇਸਿਕ ਕਮਿਊਨੀਕੇਸ਼ਨ ਸਿਸਟਮ ਕੀ ਹੈ, ਅਤੇ ਇਹ ਕਿਸ ਤਰ੍ਹਾਂ ਅਚੀਵ ਕੀਤੀ ਜਾਂਦੀ ਹੈ। ਤੁਹਾਨੂੰ ਇਹਦੇ ਐਡਵਾਂਟੇਜਸ ਅਤੇ ਡਿਸਐਡਵਾਂਟੇਜਸ ਬਾਰੇ ਵੀ ਪੜ੍ਹਾਇਆ ਗਿਆ। ਉਮੀਦ ਹੈ ਕਿ ਤੁਹਾਨੂੰ ਪਹਿਲਾ ਚੈਪਟਰ ਚੰਗੀ ਤਰ੍ਹਾਂ ਸਮਝ ਆਇਆ। ਨੈਕਸਟ ਚੈਪਟਰ ਆਪਾਂ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ। ਧੰਨਵਾਦ।